In this video, we will discuss about the second type of genetic disorders, that are chromosomal disorders. So what are chromosomal disorders? These are the disorders that are caused due to excess or absence or abnormal arrangement of one or more chromosomes. ਇਹ ਕਿਹਦੇ ਕਰਕੇ ਹੁੰਦੇ ਨੇ disorder ਜਾਂ diseases? ਐਕਸੈਸ ज़्यादा ਹੋਣ ਕਰਕੇ ਜਾਂ ਘੱਟ ਹੋਣ ਕਰਕੇ ਜਾਂ ਅਬਨੋਰਮਲ ਅਰੇਂਜਮੈਂਟ ਹੋਣ ਕਰਕੇ ਕਿਹਦੀ? ਇੱਕ ਜਾਂ ਇੱਕ ਤੋਂ ਵੱਧ ਕ੍ਰੋਮੋਸੋਮਸ ਦੀ। ਠੀਕ ਹੈ, ਇਹ ਕਿਉਂ ਹੁੰਦੀ ਆ ਅਬਨੋਰਮਲ ਅਰੇਂਜਮੈਂਟ ਜਾਂ ਕਿਉਂ ਐਕਸੈਸ ਜਾਂ ਕਿਉਂ ਐਬਸੈਂਟ ਹੋ ਜਾਂਦੇ ਨੇ ਕ੍ਰੋਮੋਸੋਮਸ? ਡਿਊ ਟੂ ਫੇਲੀਅਰ ਆਫ ਸੈਗਰੀਗੇਸ਼ਨ ਆਫ ਕ੍ਰੋਮੈਟਿਡਸ ਜਦੋਂ ਸੈਗਰੀਗੇਟ ਹੁੰਦੀਆਂ, ਜਦੋਂ ਤੁਸੀਂ ਮਾਈਟੋਸਿਸ ਮਿਓਸਿਸ ਪੜ੍ਹਦੇ ਹੋ ਉਦੋਂ ਜੇ ਉਹ ਪ੍ਰੋਪਰਲੀ ਸੈਗਰੀਗੇਟ ਨਾ ਹੋਣ ਤਾਂ ਪ੍ਰੋਬਲਮ ਆ ਜਾਂਦੀ ਹੈ। ਔਰ ਫੇਲੀਅਰ ਆਫ ਸਾਈਟੋਕਾਈਨੈਸਿਸ ਕੀ ਹੁੰਦੀ ਹੈ? ਸਾਈਟੋਪਲਾਜ਼ਮ ਦਾ ਡਿਫਰੈਂਸ਼ੀਏਟ ਹੋਣਾ ਇਨਟੂ 2 ਡਾਟਰ ਸੈਲਸ, ਜੇ ਉਹ ਨਾ ਹੋਵੇ ਆਫਟਰ ਟੀਲੋਫੇਸ ਤਾਂ ਜਿਹੜੇ ਸੈੱਟ ਆਫ ਕ੍ਰੋਮੋਸੋਮ ਨੇ ਉਹ ਇਨਕਰੀਜ਼ ਹੋ ਜਾਂਦੇ ਨੇ ਜਾਂ ਉਹਨਾਂ ਦੀ ਅਰੇਂਜਮੈਂਟ ਅਬਨੋਰਮਲ ਹੋ ਜਾਂਦੀ ਹੈ। ਠੀਕ ਹੈ, ਉਹਦੇ ਕਰਕੇ ਡਿਸਆਰਡਰਸ ਹੋ ਜਾਂਦੇ ਨੇ, ਉਹਨਾਂ ਨੂੰ ਕੀ ਕਹਿੰਦੇ ਆਪਾਂ? ਕ੍ਰੋਮੋਸੋਮਲ ਡਿਸਆਰਡਰਸ। ਇਹ ਆਟੋਜ਼ੋਮਲ ਵੀ ਹੋ ਸਕਦੇ ਨੇ ਡਿਸਆਰਡਰ ਜਾਂ ਸੈਕਸ ਲਿੰਕਡ ਵੀ ਹੋ ਸਕਦੇ ਨੇ। ਵਾਟ ਆਰ ਦੀ ਐਗਜ਼ਾਮਪਲਸ ਆਫ chromosomal disorders? There are 3 examples that you have to discuss in your syllabus. First is Down syndrome, second one is Turner syndrome, and third one is Klinefelter's syndrome. Firstly, Down syndrome. What is Down syndrome? It is the problem or abnormality caused due to presence of an additional copy of chromosome number 21. ਐਡੀਸ਼ਨਲ ਕਾਪੀ ਹੁੰਦੀ ਹੈ ਕਿਹੜੇ ਕ੍ਰੋਮੋਸੋਮ ਦੀ? ਕ੍ਰੋਮੋਸੋਮ ਨੰਬਰ 21। ਜਿੱਦਾਂ ਆਪਾਂ ਡਿਸਕਸ ਕਰਕੇ ਹਟੇ ਹਾਂ, ਕ੍ਰੋਮੋਸੋਮਲ ਡਿਸਆਰਡਰ ਕੀ ਹੁੰਦੇ ਨੇ? ਜਾਂ ਤਾਂ ਐਡੀਸ਼ਨਲ ਕਾਪੀ ਹੋਵੇ ਜਾਂ ਇੱਕ ਕਾਪੀ ਐਬਸੈਂਟ ਹੋਵੇ ਜਾਂ ਪੂਰੇ ਦਾ ਪੂਰਾ ਕ੍ਰੋਮੋਸੋਮ ਸੈੱਟ ਐਡੀਸ਼ਨਲ ਹੋਵੇ ਜਾਂ ਐਬਸੈਂਟ ਹੋਵੇ, ਉਹਨੂੰ ਕੀ ਕਹਿੰਦੇ ਆਪਾਂ? ਕ੍ਰੋਮੋਸੋਮਲ ਡਿਸਆਰਡਰ। ਸੋ ਜਿਹੜਾ ਇਹ ਫਸਟ ਡਿਸਆਰਡਰ ਹੈ ਡਾਊਨ ਸਿੰਡਰੋਮ, ਇਹ ਕਿਹਦੇ ਨਾਲ ਰਿਲੇਟਡ ਹੈ? ਆਟੋਜ਼ੋਮ ਕ੍ਰੋਮੋਸੋਮ ਨਾਲ ਰਿਲੇਟਡ ਹੈ। ਕਿਹੜਾ ਕ੍ਰੋਮੋਸੋਮ? ਕ੍ਰੋਮੋਸੋਮ ਨੰਬਰ 21। ਠੀਕ ਹੈ, ਨੋਰਮਲੀ ਉਹਦੇ 2 ਕਾਪੀਆਂ ਹੁੰਦੀਆਂ ਨੇ। ਠੀਕ ਹੈ, ਪਰ ਉਹਦੀ ਤੀਸਰੀ ਕਾਪੀ ਪ੍ਰੈਜੈਂਟ ਹੁੰਦੀ ਹੈ ਜਿਹਨੂੰ ਆਪਾਂ ਟਰਾਈਜ਼ੋਮੀ ਕੰਡੀਸ਼ਨ ਕਹਿੰਦੇ ਹਾਂ। ਉਹਦੇ ਕਰਕੇ ਜਿਹੜੀ ਪ੍ਰੋਬਲਮਸ ਆਉਂਦੀਆਂ ਨੇ, ਠੀਕ ਹੈ, ਉਹਨੂੰ ਕੀ ਕਹਿੰਦੇ ਆ? ਡਾਊਨਜ਼ ਸਿੰਡਰੋਮ। ਕਿਉਂ ਇਹ ਨਾਮ ਰੱਖਿਆ ਇਸ ਡਿਜ਼ੀਜ਼ ਦਾ? ਕਿਉਂਕਿ ਇਹਨੂੰ ਫਸਟਲੀ ਡਿਸਕਰਾਈਬ ਕੀਤਾ ਸੀ ਲੈਂਗਡਨ ਡਾਊਨ ਨੇ 1866 ਦੇ ਵਿੱਚ। ਸੋ ਇਹ ਕਿਵੇਂ ਪਤਾ ਲੱਗੂਗਾ ਵੀ ਇਸ ਪਰਸਨ ਨੂੰ ਡਾਊਨ ਸਿੰਡਰੋਮ ਹੈ? ਤਾਂ ਜਿਹੜਾ ਐਸਾ ਪਰਸਨ ਹੋਊਗਾ ਉਹ ਕੀ ਸ਼ੋਅ ਕਰੂਗਾ? ਸਭ ਤੋਂ ਪਹਿਲਾਂ ਕੀ ਹੋਊਗਾ ਸਿੰਪਟਮ? ਕਿਹੜੇ ਲੱਛਣ ਸ਼ੋਅ ਕਰੂਗਾ? ਸ਼ਾਰਟ ਸਟੇਚਰਡ ਦਾ ਮਤਲਬ ਹੁੰਦਾ ਮਧਰੇ ਕੱਦ ਦਾ ਹੋਊਗਾ। ਸੈਕਿੰਡ, ਸਮੋਲ ਰਾਊਂਡਡ ਹੈੱਡ ਹੋਊਗਾ। ਥਰਡ, ਫਰੋਡ ਟੰਗ। ਫੋਰਥ, ਪਾਰਸ਼ਲੀ ਓਪਨ ਮਾਊਥ ਹੋਊਗਾ। ਫਿਫਥ, ਪਾਮ ਇਜ਼ ਬਰੋਡ ਵਿਦ ਕਰੈਕਟਰਿਸਟਿਕ ਪਾਮ ਕਰੀਜ਼। ਐਂਡ ਸਿਕਸਥ ਵਨ ਇਜ਼ ਫਿਜ਼ੀਕਲ, ਸਾਈਕੋਮੋਟਰ ਐਂਡ ਮੈਂਟਲ ਡਿਵੈਲਪਮੈਂਟ ਇਜ਼ ਰਿਟਾਰਡਡ। ਠੀਕ ਹੈ, ਮੈਂਟਲੀ, ਫਿਜ਼ੀਕਲੀ ਅਤੇ ਸਾਈਕੋਮੋਟਰ ਜਿਹੜੀਆਂ ਉਹਦੀਆਂ ਐਕਟੀਵਿਟੀਜ਼ ਹੋਣਗੀਆਂ ਰਿਟਾਰਡਡ ਹੋਣਗੀਆਂ, ਮਤਲਬ ਉਹ ਪ੍ਰੋਪਰਲੀ ਇਸਟੈਬਲਿਸ਼ ਨਹੀਂ ਹੋਊਗਾ। ਨਾ ਹੀ ਉਹ ਕੰਮ ਕਰ ਸਕਦਾ ਫਿਜ਼ੀਕਲੀ, ਨਾ ਹੀ ਉਹ ਮੈਂਟਲੀ ਕੁਛ ਸਮਝ ਸਕਦਾ। ਠੀਕ ਹੈ, ਬਾਕੀ ਉਹਦਾ ਜਿਹੜਾ ਹੈੱਡ ਆ ਉਹ ਰਾਊਂਡਡ ਹੋਊਗਾ, ਟੰਗ ਫਰੋਡ ਹੋਊਗੀ। ਠੀਕ ਹੈ, ਅਜੀਬ ਜੀ ਟੰਗ ਹੋਊਗੀ, ਅਤੇ ਜਿਹੜਾ ਮਾਊਥ ਆ ਖੁੱਲ੍ਹਾ ਰਹੂਗਾ, ਅਤੇ ਜਿਹੜੇ ਹਥੇੜੀਆਂ ਨੇ ਉਹ ਬਰੋਡ ਹੋਣਗੀਆਂ, ਚੌੜੀਆਂ ਹੋਣਗੀਆਂ, ਅਤੇ ਕਰੈਕਟਰਿਸਟਿਕ ਪਾਮ ਕਰੀਜ਼, ਜਿਹੜੀ ਪਾਮ ਵਾਲੀ ਸਾਈਡ ਆ ਉਹ ਉੱਚੀ ਕਾਫੀ ਹੋਊਗੀ। ਸੋ ਇਹ ਜਿਹੜਾ ਡਾਇਗਰਾਮ ਹੈ ਇਸ 'ਚ ਆਪਾਂ ਸ਼ੋਅ ਕੀਤਾ ਹੋਇਆ, ਦੇਖੋ 21 ਨੰਬਰ ਕ੍ਰੋਮੋਸੋਮ ਵੱਲ ਐਰੋ ਜਾ ਰਿਹਾ। ਉੱਥੇ 2 ਕਾਪੀਜ਼ ਹੋਣੀਆਂ ਚਾਹੀਦੀਆਂ ਨੇ ਹਰੇਕ ਕ੍ਰੋਮੋਸੋਮ ਦੀਆਂ। ਦੇਖੋ 1 ਨੰਬਰ 2 ਨੰਬਰ 3 ਨੰਬਰ ਸਾਰੇ ਨੰਬਰਸ 'ਤੇ ਹਰੇਕ ਕ੍ਰੋਮੋਸੋਮ ਦੀਆਂ 2 ਕਾਪੀਜ਼ ਨੇ। ਠੀਕ ਹੈ, ਪਰ 21 ਨੰਬਰ 'ਤੇ ਕੀ ਹੈ ਦਿਖਾਇਆ ਹੋਇਆ? 3 ਕਾਪੀਜ਼ ਨੇ 21 ਨੰਬਰ ਕ੍ਰੋਮੋਸੋਮ ਦੀਆਂ, ਜਿਹਦੇ ਕਰਕੇ ਕੀ ਹੋ ਜੂਗਾ? ਪ੍ਰੋਬਲਮ ਆ ਜੂਗੀ ਹਿਊਮਨ ਨੂੰ। ਠੀਕ ਹੈ, ਅਤੇ ਉਹਨੂੰ ਕੀ ਕਹਿੰਦੇ ਆਪਾਂ? ਡਾਊਨਸ ਸਿੰਡਰੋਮ। ਠੀਕ ਹੈ, ਅਤੇ ਐਸੀ ਕੰਡੀਸ਼ਨ ਨੂੰ ਕੀ ਕਹਿੰਦੇ? ਜਦੋਂ 3 ਕ੍ਰੋਮੋਸੋਮ ਪ੍ਰੈਜੈਂਟ ਹੋਣ, 2 ਦੀ ਬਜਾਏ ਟਰਾਈਜ਼ੋਮੀ। ਠੀਕ ਹੈ, ਸੋ ਇਹ ਪਿਕਚਰ ਹੈ ਜਿਹੜੀ ਸ਼ੋਅ ਕਰਦੀ ਹੈ ਕਿ ਕਿੱਦਾਂ ਦਾ ਉਹ ਬੇਬੀ ਦਿਖੂਗਾ ਜਿਹਨੂੰ ਡਾਊਨ ਸਿੰਡਰੋਮ ਹੋਊਗਾ। ਦੇਖੋ ਜੀਭ ਬਾਹਰ ਨਿਕਲੀ ਹੋਈ ਹੈ ਜਾਂ ਉਹਦਾ ਮਾਊਥ ਹੋ ਰਿਹਾ ਅਜੀਬ ਜਿਹਾ ਦਿਖ ਰਿਹਾ। ਠੀਕ ਹੈ, ਉਹਨੂੰ ਕੁਛ ਨਹੀਂ ਪਤਾ ਲੱਗਦਾ ਕਿ ਦੁਨੀਆ 'ਚ ਕੀ ਹੈ। ਮੈਂਟਲੀ ਰਿਟਾਰਡਡ ਆ ਉਹ ਪਰਸਨ। ਠੀਕ ਹੈ, ਉਹ ਕੁਛ ਨਹੀਂ ਸਮਝ ਸਕਦਾ, ਨਾ ਸੋਚ ਸਕਦਾ, ਨਾ ਚੱਲ ਸਕਦਾ, ਨਾ ਫਿਰ ਸਕਦਾ। ਠੀਕ ਹੈ, ਪੈਰ ਅਤੇ ਹੱਥ ਵੀ ਦਿਖਾਏ ਹੋਏ ਨੇ ਕਿੱਦਾਂ ਅਜੀਬ ਕਿਸਮ ਦੇ ਹੁੰਦੇ ਨੇ। ਠੀਕ ਹੈ, ਸੈਕਿੰਡ ਇਜ਼ ਟਰਨਰ ਸਿੰਡਰੋਮ। It is caused due to absence of one of the X chromosome.
एक्स क्रोमोजोम किहड़ा सैक्स क्रोमोजोम, सो ये किहड़ा डिसऑर्डर हो गया सैक्स लिंक्ड क्रोमोजोमल डिसऑर्डर। ये की होगा एक एक्स क्रोमोजोम एबसेंट होगा, ठीक है, मतलब ये की होगा फीमेल्स दे विच शो होगा ये वाला सिंड्रोम, ये वाली प्रॉब्लम, ठीक है। फीमेल्स 'ਚ 2 एक्स क्रोमोजोम होंगे ने, उन्होंने चो एक एबसेंट होवे उन्होंने किहड़ी कंडीशन कहते हैं टर्नर सिंड्रोम। से किद्दां पता चलूगा भी ये जिहड़ा परसन है उन्होंने टर्नर सिंड्रोम है, उहदियां अंडर डिवेलप्ड ब्रैसट होगी, रिड्यूस्ड ओवरीज होणगियां, स्मॉल यूट्रस होगा, लूज स्किन होगी नैक दी, मोस्टली नॉर्मल इंटैलीजेंस होगी तो छोटा कद होगा एंड विद मैनी मेल करैक्टरिस्टिक्स सच एज हैवी नैक मसल्स एंड नैरो हिप्स, ठीक है। मेल दे करैक्टरिस्टिक्स होणगे जिद्दां हैवी नैक मसल्स होण ते नैरो हिप्स होण। And this is the karyotype showing the Turner syndrome in a person, right? It has a monosomy condition in case of sex chromosome. On the right hand side you can see at the bottom that only one sex chromosome is present instead of 2 sex chromosomes, ठीक है। सो ਜਦੋਂ ਇੱਕ क्रोमोसोम ਪ੍ਰੈਜ਼ੈਂਟ ਹੁੰਦਾ ਪੇਅਰ 'ਚ ਨਹੀਂ ਹੁੰਦਾ, ਠੀਕ ਹੈ, ਤਾਂ ਉਹਨੂੰ ਕਿਹੜੀ ਕੰਡੀਸ਼ਨ ਕਹਿੰਦੇ ਆ ਮੋਨੋਜ਼ੋਮੀ ਕੰਡੀਸ਼ਨ, ਜਿਹਦੇ ਕਰਕੇ ਕੀ ਹੁੰਦਾ ਟਰਨਰਸ ਸਿੰਡਰੋਮ। ਇਹ क्रॉस है ਜਿਹੜਾ ਸ਼ੋ ਕਰ ਰਿਹਾ ਕਿ ਕਿੱਦਾਂ ਜਿਹੜਾ ਆਫਸਪ੍ਰਿੰਗ ਆ ਉਹ ਟਰਨਰ ਸਿੰਡਰੋਮ ਹੋ ਸਕਦਾ, ਠੀਕ ਹੈ। ਇਹਦਾ ਇੱਕ ਕਾਰਨ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਇੱਕ ਪੇਰੈਂਟ ਦਾ ਗੇਮੀਟ ਨੋਰਮਲ ਹੋਵੇ, ਠੀਕ ਹੈ, ਅਤੇ ਇੱਕ ਪੇਰੈਂਟ ਦੇ ਗੇਮੀਟ ਦੇ ਵਿੱਚ ਇੱਕ ਕ੍ਰੋਮੋਜ਼ੋਮ ਘੱਟ ਹੋਵੇ, ਤਾਂ ਜਦੋਂ ਉਹਨਾਂ ਦੀ ਫਿਊਜ਼ਨ ਹੁੰਦੀ ਹੈ ਤਾਂ ਜਿਹੜਾ ਐਂਬਰੀਓ ਬਣਦਾ ਜਾਂ ਜ਼ਾਈਗੋਟ ਬਣਦਾ ਉਹਦੇ 'ਚ ਇੱਕ ਕ੍ਰੋਮੋਜ਼ੋਮ ਕੀ ਹੋਊਗਾ ਓਬਵੀਅਸਲੀ ਲੈਸ ਹੋਊਗਾ, ਜਿਹਦੇ ਕਰਕੇ ਕਿਹੜੀ ਕੰਡੀਸ਼ਨ ਆ ਜੂਗੀ ਮੋਨੋਜ਼ੋਮੀ, ਠੀਕ ਹੈ। ਮੋਨੋਜ਼ੋਮੀ ਕਰਕੇ ਕੀ ਹੁੰਦਾ ਟਰਨਰਜ਼ ਸਿੰਡਰੋਮ, ਠੀਕ ਹੈ, ਇੱਕ ਕ੍ਰੋਮੋਜ਼ੋਮ ਘੱਟ ਹੁੰਦਾ ਹੈ ਪੇਅਰ ਦੇ ਵਿੱਚੋਂ, ਠੀਕ ਹੈ। ਸੋ ਇੱਥੇ ਦਿਖਾਇਆ ਹੋਇਆ ਤਾਂ ਜਦੋਂ ਟਰਨਰ ਸਿੰਡਰੋਮ ਹੁੰਦਾ ਕਿਹੜੇ ਕ੍ਰੋਮੋਜ਼ੋਮ ਦੀ ਮੋਨੋਜ਼ੋਮੀ ਹੁੰਦੀ ਹੈ ਐਕਸ ਕ੍ਰੋਮੋਜ਼ੋਮ ਦੀ, ਸਿਰਫ ਇੱਕ ਕਾਪੀ ਹੋਊਗੀ ਐਕਸ ਕ੍ਰੋਮੋਜ਼ੋਮ ਦੀ ਇਨ ਪਲੇਸ ਆਫ 2 ਕਾਪੀਜ਼, ਕਲੀਅਰ। ਸੋ ਇਹ ਕੀ ਦਿਖਾਇਆ ਹੋਇਆ ਜਿਹੜਾ ਪਰਸਨ ਹੈ ਜਾਂ ਜਿਹੜੀ ਫੀਮੇਲ ਹੁੰਦੀ ਹੈ, ਠੀਕ ਹੈ, ਮੇਨਲੀ ਉਹਨਾਂ ਨੂੰ ਹੁੰਦੀ ਹੈ ਪ੍ਰੋਬਲਮ, ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਤਾਂ ਉਹ ਕਿੱਦਾਂ ਦੇ ਕਰੈਕਟਰਿਸਟਿਕ ਫੀਚਰਸ ਸ਼ੋ ਹੁੰਦੇ ਨੇ ਉਹ ਇਹ ਸਾਰੇ ਲਿਖੇ ਹੋਏ ਨੇ, ਤੁਸੀਂ ਇਹਨੂੰ ਕਾਈਂਡਲੀ ਨੋਟ ਕਰ ਲਓ, ਠੀਕ ਹੈ। So next third one is the Klinefelter syndrome. It is caused due to presence of additional copy of X chromosome resulting into a karyotype of 47 with 2 X chromosome and 1 Y chromosome. So ਇਹ ਕਿਹੜਾ ਸਿੰਡਰੋਮ ਹੈ ਜਾਂ ਇਹ ਕਿਹੜੀ ਪ੍ਰੋਬਲਮ ਹੈ ਜਿਹਦੇ ਵਿੱਚ ਐਡੀਸ਼ਨਲ ਕਾਪੀ ਹੁੰਦੀ ਹੈ ਐਕਸ ਕ੍ਰੋਮੋਜ਼ੋਮ ਦੀ। ਪਹਿਲਾਂ ਵਾਲੀ ਜਿਹੜੀ ਆਪਾਂ ਟਰਨਰ ਸਿੰਡਰੋਮ ਪੜ੍ਹੀ ਸੀ ਉਹਦੇ 'ਚ ਜਿਹੜੀ ਇੱਕ ਕਾਪੀ ਕੀ ਹੁੰਦੀ ਹੈ ਐਬਸੈਂਟ ਹੁੰਦੀ ਹੈ, ਸਿਰਫ ਸਿੰਗਲ ਕਾਪੀ ਹੁੰਦੀ ਹੈ ਐਕਸ ਕ੍ਰੋਮੋਜ਼ੋਮ ਦੀ, ਠੀਕ ਹੈ। ਅਤੇ ਇੱਥੇ ਕੀ ਹੈ ਐਡੀਸ਼ਨਲ ਕਾਪੀ ਹੁੰਦੀ ਹੈ ਐਕਸ ਕ੍ਰੋਮੋਜ਼ੋਮ ਦੀ, ਠੀਕ ਹੈ। ਇੱਥੇ ਚਾਹੀਦੇ ਕਿੰਨੇ ਨੇ ਸਿਰਫ ਇੱਕ, ਇੱਥੇ ਪ੍ਰੈਜ਼ੈਂਟ ਨੇ 2, ਠੀਕ ਹੈ। ਅਤੇ ਇਹ ਕਿਹਦੇ ਵਿੱਚ ਪਾਈ ਜਾਂਦੀ ਹੈ ਇਹ ਵਾਲੀ ਪ੍ਰੋਬਲਮ ਮੇਲਸ ਦੇ ਵਿੱਚ, ਅਤੇ ਮੇਲਸ ਕੀ ਹੋਣਗੇ ਮੋਸਟਲੀ ਸਟੇਰਾਈਲ ਹੋਣਗੇ, ਠੀਕ ਹੈ, ਮਤਲਬ ਫਰਟਾਈਲ ਨਹੀਂ ਹੋਣਗੇ ਉਹ, ਉਹਨਾਂ ਦੀ ਸਮੋਲ ਟੈਸਟਿਸ ਹੋਣਗੀਆਂ, ਯੂਜ਼ਲੀ ਲੌਂਗ ਲੈਗਸ, ਓਬੇਸਿਟੀ ਹੋਊਗੀ, ਸਪਾਰਸ ਬੋਡੀ ਹੇਅਰ ਹੋਣਗੇ, ਨੋਰਮਲ ਇੰਟੈਲੀਜੈਂਸ ਹੋਊਗੀ ਅਤੇ ਫਿਊ ਫੀਮੇਲ ਕਰੈਕਟਰਿਸਟਿਕਸ ਵੀ ਪ੍ਰੈਜ਼ੈਂਟ ਹੋਣਗੇ ਜਿੱਦਾਂ ਕਿ ਬ੍ਰੈਸਟ ਦੀ ਅਪੀਅਰੈਂਸ ਹੋ ਸਕਦੀ ਹੈ। ਸੋ ਇਹ ਡਾਇਗਰਾਮ ਹੈ ਜਿਹੜਾ ਮੀਨਸ ਕੇਰੀਓਟਾਈਪ ਹੈ ਜਿਹੜਾ ਸ਼ੋ ਕਰਦਾ ਕਿ ਕੀ ਪ੍ਰੈਜ਼ੈਂਟ ਨੇ 2 ਐਕਸ ਕ੍ਰੋਮੋਜ਼ੋਮ ਨੇ, ਸਰਕਲ ਕੀਤਾ ਹੋਇਆ ਰਾਈਟ ਹੈਂਡ ਸਾਈਡ 'ਤੇ ਬਿਲਕੁਲ ਨੀਚੇ ਦੇਖੋ 2 ਐਕਸ ਕ੍ਰੋਮੋਜ਼ੋਮ ਨੇ ਅਤੇ ਇੱਕ ਵਾਈ ਕ੍ਰੋਮੋਜ਼ੋਮ ਪ੍ਰੈਜ਼ੈਂਟ ਹੈ। ਇਹ ਕੰਡੀਸ਼ਨ ਹੁੰਦੀ ਹੈ ਜਦੋਂ ਵੀ ਕਿਸੇ ਪਰਸਨ ਨੂੰ ਕਲਿਨਫੈਲਟਰ ਸਿੰਡਰੋਮ ਹੁੰਦਾ ਹੈ। ਸੋ ਕੀ ਸਾਈਨਸ ਨੇ ਇਹ ਸਾਰੇ ਆਪਾਂ ਪੜ੍ਹ ਕੇ ਹਟੇ ਹਾਂ, ਤੁਸੀਂ ਐਕਸਟਰਾ ਲਿਖ ਲਓ, ਨੋਟ ਕਰ ਲਓ, ਅਤੇ ਜਿਹੜੇ ਇਹ ਮੇਲ ਦੇ ਵਿੱਚ ਪਾਏ ਜਾਂਦੇ ਨੇ ਸਾਰੇ ਮੋਸਟਲੀ ਜਿਹੜੇ ਸਾਈਨਸ ਹੁੰਦੇ ਨੇ। ਸੋ ਇਹ ਸੀਗੇ ਆਪਣੇ 3 ਤਰ੍ਹਾਂ ਦੇ ਕਿਹੜੇ ਕ੍ਰੋਮੋਜ਼ੋਮਲ ਡਿਸਆਰਡਰਸ, ਇਹ ਸਾਰੇ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਇਹਨਾਂ 'ਚੋਂ ਕੋਈ ਨਾ ਕੋਈ ਕੁਐਸਚਨ ਜ਼ਰੂਰ ਫਰੇਮ ਹੁੰਦਾ ਹਰ ਸਾਲ, ਸੋ ਤੁਸੀਂ ਪਲੀਜ਼ ਇਹਨੂੰ ਕਾਈਂਡਲੀ ਨੋਟ ਕਰੋ ਅਤੇ ਸਮਝੋ। ਥੈਂਕ ਯੂ ਸੋ ਮੱਚ।